BTV ब्रॉडकास्टिंग देख रहे ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ। ਹੰਟਾ ਵਾਇਰਸ ਨਾਲ ਸੰਬੰਧਿਤ ਯਾਤਰੀਆਂ ਤੇ ਰੱਖੀ ਜਾ ਰਹੀ ਨਜ਼ਰ। ਚਾਈਨਾ ਦੇ ਐਕਸਪੋਰਟ 'ਚ ਕੀਤਾ ਗਿਆ ਲਗਾਤਾਰ ਵਾਧਾ ਦਰਜ। ਮੈਕਸੀਕੋ 'ਚ ਫੀਫਾ ਦੌਰਾਨ ਸਕੂਲ ਬੰਦ ਕਰਨ ਤੇ ਹੋਇਆ ਵਿਰੋਧ। UK ਦੇ PM ਤੇ ਅਸਤੀਫੇ ਦਾ ਵਧਿਆ ਦਬਾਅ। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਇੱਕ ਕਰੂਜ਼ ਜਹਾਜ਼ ਤੇ ਹੰਟਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ 18 ਅਮਰੀਕੀ ਅਤੇ 7 ਕੈਨੇਡੀਅਨ ਯਾਤਰੀਆਂ ਨੂੰ ਵਾਪਸ ਉੱਤਰੀ ਅਮਰੀਕਾ ਲਿਆਂਦਾ ਗਿਆ ਹੈ। ਇਹਨਾਂ ਯਾਤਰੀਆਂ ਨੂੰ ਹੁਣ ਕੁਆਰੰਟਾਈਨ ਵਿੱਚ ਰੱਖਿਆ ਗਿਆ ਹੈ ਅਤੇ ਸਿਹਤ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਸਰਕਾਰ ਵੱਲੋਂ ਖਾਸ ਜਹਾਜ਼ ਰਾਹੀਂ 18 ਅਮਰੀਕੀ ਯਾਤਰੀਆਂ ਨੂੰ ਵਾਪਸ ਲਿਆਂਦਾ ਗਿਆ ਜੋ ਕਿ ਹੁਣ ਕੁਆਰੰਟਾਈਨ ਦੇ ਵਿੱਚ ਹਨ। ਅਮਰੀਕੀ ਸਿਹਤ ਵਿਭਾਗ ਮੁਤਾਬਿਕ ਇੱਕ ਯਾਤਰੀ ਵਿੱਚ ਹੰਟਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਦੂਜੇ ਵਿੱਚ ਹਲਕੇ ਲੱਛਣ ਮਿਲੇ ਹਨ। ਕੈਨੇਡਾ ਵਿੱਚ 4 ਯਾਤਰੀ ਬ੍ਰਿਟਿਸ਼ ਕੋਲੰਬੀਆ ਪਹੁੰਚੇ ਹਨ ਜਿੱਥੇ ਘੱਟੋ-ਘੱਟ 21 ਦਿਨਾਂ ਲਈ ਸੈਲਫ ਆਈਸੋਲੇਸ਼ਨ ਵਿੱਚ ਰਹਿਣਗੇ। ਹੋਰ 3 ਯਾਤਰੀ ਓਨਟਾਰੀਓ ਵਿੱਚ ਆਪਣੇ ਘਰਾਂ ਵਿੱਚ ਹੀ ਕੁਆਰੰਟਾਈਨ ਕਰ ਰਹੇ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੰਟਾ ਵਾਇਰਸ ਕੋਵਿਡ ਵਾਂਗ ਤੇਜ਼ੀ ਨਾਲ ਨਹੀਂ ਫੈਲਦਾ। ਇਹ ਵਾਇਰਸ ਆਮ ਤੌਰ ਤੇ ਕਿਸੇ ਲੱਛਣ ਵਾਲੇ ਮਰੀਜ਼ ਨਾਲ ਨਜ਼ਦੀਕੀ ਸੰਪਰਕ ਤੋਂ ਹੀ ਫੈਲਦਾ ਹੈ। ਇਸ ਲਈ ਵੱਡੇ ਪੱਧਰ ਤੇ ਫੈਲਾਅ ਦਾ ਖਤਰਾ ਕਾਫੀ ਘੱਟ ਦੱਸਿਆ ਜਾ ਰਿਹਾ ਹੈ। ਅਮਰੀਕਾ ਦੇ CDC ਦੇ ਮੁਖੀ ਨੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇਹ ਕੋਵਿਡ ਵਰਗੀ ਸਥਿਤੀ ਨਹੀਂ ਹੈ ਤੇ ਹੰਟਾ ਵਾਇਰਸ ਲਈ ਪਹਿਲਾਂ ਤੋਂ ਮੌਜੂਦ ਸੁਰੱਖਿਆ ਨਿਯਮ ਹੀ ਅਪਣਾਏ ਜਾਣਗੇ। ਕੈਨੇਡਾ ਦੀ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਮਰੀ ਨੇ ਕਿਹਾ ਹੈ ਕਿ ਯਾਤਰੀਆਂ ਦੀ ਹਰ ਰੋਜ਼ ਨਿਗਰਾਨੀ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਕੁਆਰੰਟਾਈਨ 42 ਦਿਨਾਂ ਤੱਕ ਵੀ ਵਧਾਇਆ ਜਾ ਸਕਦਾ ਹੈ। ਅਧਿਕਾਰੀਆਂ ਮੁਤਾਬਿਕ ਲੋਕਾਂ ਨੂੰ ਇਸ ਦਾ ਖਤਰਾ ਘੱਟ ਹੈ ਅਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਮਸ਼ਹੂਰ ਪੌਪ ਸਟਾਰ ਦੁਆ ਲਿਪਾ ਨੇ ਟੈਕਨੋਲੋਜੀ ਕੰਪਨੀ ਸੈਮਸੰਗ ਖਿਲਾਫ 15 ਮਿਲੀਅਨ ਅਮਰੀਕੀ ਡਾਲਰ ਦਾ ਮੁਕੱਦਮਾ ਕੀਤਾ ਹੈ। ਦੁਆ ਲਿਪਾ ਦਾ ਦੋਸ਼ ਹੈ ਕਿ ਕੰਪਨੀ ਨੇ ਉਸ ਦੀ ਤਸਵੀਰ ਬਿਨਾਂ ਇਜਾਜ਼ਤ ਆਪਣੇ ਟੀਵੀ ਤੇ ਡੱਬਿਆਂ ਤੇ ਵਰਤੀ। ਕੈਲੀਫੋਰਨੀਆ ਵਿੱਚ ਦਾਇਰ ਕੀਤੇ ਗਏ ਕੇਸ ਮੁਤਾਬਿਕ ਦੁਆ ਲਿਪਾ ਨੇ ਕਿਹਾ ਹੈ ਕਿ ਸੈਮਸੰਗ ਨੇ ਉਸ ਦੀ ਤਸਵੀਰ ਨੂੰ ਵਪਾਰਕ ਲਾਭ ਲਈ ਇਸਤੇਮਾਲ ਕੀਤਾ ਅਤੇ ਇਸ ਲਈ ਨਾ ਤਾਂ ਉਸ ਤੋਂ ਇਜਾਜ਼ਤ ਲਈ ਗਈ ਅਤੇ ਨਾ ਹੀ ਕੋਈ ਭੁਗਤਾਨ ਕੀਤਾ ਗਿਆ। ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ 2025 ਦੌਰਾਨ ਸੈਮਸੰਗ ਦੇ ਕਈ ਟੀਵੀ ਬਾਕਸਸ ਤੇ ਦੁਆ ਲਿਪਾ ਦੀ ਤਸਵੀਰ ਛਪੀ ਹੋਈ ਸੀ। ਦੁਆ ਲਿਪਾ ਨੇ ਕੰਪਨੀ ਨੂੰ ਤੁਰੰਤ ਇਹ ਪੈਕਿੰਗ ਬੰਦ ਕਰਨ ਲਈ ਕਿਹਾ ਸੀ ਪਰ ਦੋਸ਼ ਹੈ ਕਿ ਕੰਪਨੀ ਨੇ ਇਹ ਕੰਮ ਜਾਰੀ ਰੱਖਿਆ। ਦੁਆ ਲਿਪਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਹਨਾਂ ਨੇ ਟੀਵੀ ਸਿਰਫ ਇਸ ਲਈ ਖਰੀਦਿਆ ਕਿਉਂਕਿ ਬਾਕਸ ਤੇ ਦੁਆ ਲਿਪਾ ਦੀ ਤਸਵੀਰ ਸੀ। ਦੁਆ ਲਿਪਾ ਕਈ ਵੱਡੇ ਬ੍ਰਾਂਡਾਂ ਨਾਲ ਕੰਮ ਕਰ ਚੁੱਕੀ ਹੈ ਤੇ ਉਸ ਦੀ ਟੀਮ ਦਾ ਕਹਿਣਾ ਹੈ ਕਿ ਉਹ ਹਰ ਬ੍ਰਾਂਡ ਦੀ ਚੋਣ ਸੋਚ ਸਮਝ ਕੇ ਕਰਦੀ ਹੈ। ਵਕੀਲਾਂ ਮੁਤਾਬਿਕ ਸੈਮਸੰਗ ਦੇ ਇਸ ਕਦਮ ਨਾਲ ਉਸ ਦੀ ਬ੍ਰਾਂਡ ਇਮੇਜ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਗਾਇਕਾਂ ਨੇ ਅਦਾਲਤ ਤੋਂ ਘੱਟੋ-ਘੱਟ 15 ਮਿਲੀਅਨ ਡਾਲਰ ਹਰਜਾਨਾ ਅਤੇ ਸੈਮਸੰਗ ਨੂੰ ਇਹ ਤਸਵੀਰ ਵਰਤਣ ਤੋਂ ਸਦਾ ਲਈ ਰੋਕਣ ਦੀ ਮੰਗ ਕੀਤੀ ਹੈ। ਚਾਈਨਾ ਦੇ ਐਕਸਪੋਰਟ ਅਪ੍ਰੈਲ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 14.1% ਵਧੇ ਹਨ। ਇਹ ਜਾਣਕਾਰੀ ਚਾਈਨਾ ਦੀ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਵਿੱਚ ਸਾਹਮਣੇ ਆਈ ਹੈ। ਇਹ ਵਾਧਾ ਉਸ ਸਮੇਂ ਆਇਆ ਹੈ ਜਦੋਂ ਈਰਾਨ ਵਾਰ ਅਤੇ ਅਮਰੀਕੀ ਟੈਰਿਫਸ ਦਾ ਅਸਰ ਹਾਲੇ ਵੀ ਜਾਰੀ ਹੈ। ਦੱਸ ਦਈਏ ਕਿ ਅੰਕੜੇ ਉਸ ਵੇਲੇ ਜਾਰੀ ਹੋਏ ਹਨ ਜਦੋਂ ਅਗਲੇ ਹਫ਼ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚਾਈਨਾ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੀਟਿੰਗ ਹੋਣ ਵਾਲੀ ਹੈ। ਮਾਰਚ ਵਿੱਚ ਚਾਈਨਾ ਦੇ ਐਕਸਪੋਰਟ ਵਿੱਚ ਕੇਵਲ 2.5% ਵਾਧਾ ਦਰਜ ਕੀਤਾ ਗਿਆ ਸੀ ਪਰ ਅਪ੍ਰੈਲ ਵਿੱਚ ਇਹ ਅੰਕੜਾ ਕਾਫੀ ਉੱਪਰ ਚਲਾ ਗਿਆ। ਅਮਰੀਕਾ ਨੂੰ ਹੋਣ ਵਾਲੇ ਚਾਈਨੀਜ਼ ਐਕਸਪੋਰਟ ਵਿੱਚ ਵੀ 11.3% ਵਾਧਾ ਹੋਇਆ ਜਦਕਿ ਮਾਰਚ ਵਿੱਚ ਇਹ 26.5% ਘਟੇ ਸਨ। ਚਾਈਨਾ ਦੇ ਇੰਪੋਰਟ ਵੀ 25.3% ਵਧੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਚਾਈਨਾ ਦੀ ਅਰਥ ਵਿਵਸਥਾ ਨੂੰ ਸੈਮੀਕੰਡਕਟਰ ਅਤੇ ਗੱਡੀਆਂ ਦੇ ਐਕਸਪੋਰਟ ਤੋਂ ਵੱਡਾ ਫਾਇਦਾ ਮਿਲ ਰਿਹਾ ਹੈ। ਚਾਈਨਾ ਨੇ ਇਸ ਸਾਲ ਲਈ 4.5 ਤੋਂ 5% ਦੀ ਆਰਥਿਕ ਵਿਕਾਸ ਦਾ ਟੀਚਾ ਰੱਖਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਅਤੇ ਸ਼ੀ ਜਿਨਪਿੰਗ ਦੀ ਮੀਟਿੰਗ ਵਿੱਚ ਵਪਾਰ, ਟੈਕਨੋਲੋਜੀ, ਪਾਬੰਦੀਆਂ ਅਤੇ ਰੇਅਰ ਅਰਥ ਮਟੀਰੀਅਲ ਵਰਗੇ ਮੁੱਦੇ ਚਰਚਾ ਦਾ ਹਿੱਸਾ ਰਹਿ ਸਕਦੇ ਹਨ। ਹਾਲਾਂਕਿ ਵੱਡੇ ਸਮਝੌਤੇ ਦੀ ਉਮੀਦ ਘੱਟ ਦੱਸੀ ਜਾ ਰਹੀ ਹੈ। ਮੈਕਸੀਕੋ ਵਿੱਚ ਫੀਫਾ ਵਰਲਡ ਕੱਪ ਕਾਰਨ ਸਕੂਲ 1 ਮਹੀਨਾ ਪਹਿਲਾਂ ਬੰਦ ਕਰਨ ਦੇ ਪ੍ਰਸਤਾਵ ਤੇ ਮਾਪਿਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਮੈਕਸੀਕੋ ਦੇ ਐਜੂਕੇਸ਼ਨ ਮਿਨਿਸਟਰ ਮਾਰੀਓ ਡੈਲਗਾਡੋ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਸਕੂਲ 5 ਜੂਨ ਨੂੰ ਹੀ ਬੰਦ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਵਰਲਡ ਕੱਪ ਦੌਰਾਨ ਵੱਧਦੇ ਟ੍ਰੈਫਿਕ ਅਤੇ ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਫੀਫਾ ਵਰਲਡ ਕੱਪ 2026 ਦੀ ਮੇਜ਼ਬਾਨੀ ਇਸ ਵਾਰ ਮੈਕਸੀਕੋ, ਅਮਰੀਕਾ ਤੇ ਕੈਨੇਡਾ ਮਿਲ ਕੇ ਕਰਨਗੇ। ਟੂਰਨਾਮੈਂਟ 11 ਜੂਨ ਤੋਂ 19 ਜੁਲਾਈ ਤੱਕ ਚੱਲੇਗਾ ਜਿਸ ਕਾਰਨ ਮੈਕਸੀਕੋ ਨੇ 5 ਜੂਨ ਨੂੰ ਹੀ ਸਕੂਲ ਬੰਦ
ਕਰਨ ਦਾ ਫੈਸਲਾ ਕੀਤਾ ਹੈ। ਪਰ ਮਾਪਿਆਂ ਨੇ ਕਿਹਾ ਹੈ ਕਿ ਅਚਾਨਕ ਸਕੂਲ ਜਲਦੀ ਬੰਦ ਕਰਨ ਨਾਲ ਉਹਨਾਂ ਲਈ ਬੱਚਿਆਂ ਦੀ ਦੇਖਭਾਲ ਕਰਨੀ ਮੁਸ਼ਕਿਲ ਹੋ ਜਾਵੇਗੀ। ਕਈ ਲੋਕਾਂ ਨੇ ਕਿਹਾ ਕਿ ਬੱਚਿਆਂ ਦੇ ਪੇਪਰ ਵੀ ਅਜੇ ਚੱਲ ਰਹੇ ਹਨ ਅਤੇ ਇਹ ਫੈਸਲਾ ਠੀਕ ਨਹੀਂ। ਮੈਕਸੀਕੋ ਦੀ ਪੇਰੈਂਟਸ ਯੂਨੀਅਨ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਵਰਲਡ ਕੱਪ ਦੇ ਮੈਚ ਸਿਰਫ 3 ਸ਼ਹਿਰਾਂ ਵਿੱਚ ਹੋਣੇ ਹਨ, ਫਿਰ ਲਗਭਗ 2.3 ਕਰੋੜ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਕਾਰੋਬਾਰੀ ਸੰਸਥਾਵਾਂ ਨੇ ਵੀ ਕਿਹਾ ਹੈ ਕਿ ਇਸ ਤਬਦੀਲੀ ਨਾਲ ਕਰਮਚਾਰੀਆਂ ਅਤੇ ਕੰਪਨੀਆਂ ਲਈ ਸਮੱਸਿਆਵਾਂ ਪੈਦਾ ਹੋਣਗੀਆਂ। ਵਿਰੋਧ ਵਧਣ ਤੋਂ ਬਾਅਦ ਮੈਕਸੀਕੋ ਦੀ ਰਾਸ਼ਟਰਪਤੀ ਕਲਾਰੀਆ ਸ਼ਾਈਨਬਾਮ ਨੇ ਕਿਹਾ ਹੈ ਕਿ ਇਹ ਹਾਲੇ ਸਿਰਫ ਇੱਕ ਪ੍ਰਸਤਾਵ ਹੈ ਤੇ ਅੰਤਿਮ ਫੈਸਲਾ ਹਾਲੇ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਅਤੇ ਸਰਕਾਰ ਇਸ ਮਾਮਲੇ ਤੇ ਹੋਰ ਵਿਚਾਰ ਕਰੇਗੀ। ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਕੀਰ ਸਟਾਰਮਰ ਤੇ ਆਪਣੀ ਹੀ ਪਾਰਟੀ ਦੇ ਸੰਸਦ ਦੇ ਮੈਂਬਰਾਂ ਵੱਲੋਂ ਅਸਤੀਫੇ ਦਾ ਦਬਾਅ ਵਧਦਾ ਜਾ ਰਿਹਾ ਹੈ। ਸਥਾਨਕ ਅਤੇ ਖੇਤਰੀ ਚੋਣਾਂ ਵਿੱਚ ਮਾੜੇ ਨਤੀਜਿਆਂ ਤੋਂ ਬਾਅਦ ਲੇਬਰ ਪਾਰਟੀ ਦੇ ਕਈ ਐਮਪੀਜ਼ ਨੇ ਉਹਨਾਂ ਦੀ ਲੀਡਰਸ਼ਿਪ ਤੇ ਸਵਾਲ ਖੜੇ ਕੀਤੇ ਹਨ। ਸੋਮਵਾਰ ਤੱਕ ਲੇਬਰ ਪਾਰਟੀ ਦੇ 55 ਤੋਂ ਵੱਧ ਸੰਸਦ ਮੈਂਬਰਾਂ ਨੇ ਸਟਾਰਮਰ ਨੂੰ ਅਹੁਦਾ ਛੱਡਣ ਲਈ ਕਿਹਾ। ਇਹਨਾਂ ਵਿੱਚੋਂ 3 ਸਰਕਾਰੀ ਸਹਾਇਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਟਾਰਮਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹ ਆਪਣੇ ਵਿਰੋਧੀਆਂ ਨੂੰ ਗਲਤ ਸਾਬਤ ਕਰਨਗੇ ਤੇ ਲੋਕਾਂ ਦਾ ਭਰੋਸਾ ਮੁੜ ਜਿੱਤਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਮੰਨਿਆ ਕਿ ਲੋਕ ਦੇਸ਼ ਦੀ ਹਾਲਾਤ ਅਤੇ ਸਰਕਾਰ ਦੇ ਕੰਮ ਤੋਂ ਨਾਰਾਜ਼ ਹਨ। ਉਹਨਾਂ ਨੇ ਆਰਥਿਕ ਵਿਕਾਸ, ਯੂਰਪ ਨਾਲ ਵਧੀਆ ਸੰਬੰਧ ਅਤੇ ਐਨਰਜੀ ਸੈਕਟਰ ਵਿੱਚ ਵੱਡੇ ਬਦਲਾਅ ਲਿਆਉਣ ਦਾ ਵਾਅਦਾ ਕੀਤਾ। ਦੱਸ ਦਈਏ ਕਿ ਲੇਬਰ ਪਾਰਟੀ ਨੂੰ ਹਾਲੀਆ ਚੋਣਾਂ ਵਿੱਚ ਵੱਡਾ ਨੁਕਸਾਨ ਹੋਇਆ ਹੈ, ਜਦਕਿ ਰੀਫਾਰਮ ਯੂਕੇ ਅਤੇ ਗ੍ਰੀਨ ਪਾਰਟੀ ਨੇ ਕਾਫੀ ਫਾਇਦਾ ਹਾਸਲ ਕੀਤਾ ਹੈ। ਸਟਾਰਮਰ ਤੇ ਇਹ ਵੀ ਆਰੋਪ ਲੱਗ ਰਹੇ ਹਨ ਕਿ ਉਹ ਲੋਕਾਂ ਲਈ ਮਹਿੰਗਾਈ ਅਤੇ ਆਰਥਿਕ ਮੁਸ਼ਕਲਾਂ ਦਾ ਹੱਲ ਨਹੀਂ ਕਰ ਸਕੇ। ਕੁਝ ਲੇਬਰ ਐਮਪੀਜ਼ ਹੁਣ ਨਵੇਂ ਲੀਡਰ ਦੀ ਚੋਣ ਲਈ ਸਤੰਬਰ ਵਿੱਚ ਮੁਕਾਬਲਾ ਕਰਵਾਉਣ ਦੀ ਮੰਗ ਕਰ ਰਹੇ ਹਨ, ਪਰ ਸਟਾਰਮਰ ਨੇ ਕਿਹਾ ਹੈ ਕਿ ਉਹ ਅਹੁਦਾ ਨਹੀਂ ਛੱਡਣਗੇ ਅਤੇ ਪਾਰਟੀ ਨੂੰ ਇਕੱਠਾ ਰੱਖਣ ਦੀ ਕੋਸ਼ਿਸ਼ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਤੋਂ 19 ਮਈ ਤੱਕ ਨਾਰਵੇ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਰ ਸਟੋਰੇ ਨਾਲ ਮੁਲਾਕਾਤ ਕਰਨਗੇ ਤੇ ਤੀਜੇ ਨਾਰਡਿਕ ਭਾਰਤ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਯਾਤਰਾ ਦਾ ਮਕਸਦ ਵਪਾਰ, ਗ੍ਰੀਨ ਟ੍ਰਾਂਜੀਸ਼ਨ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਸਹਿਯੋਗ ਵਧਾਉਣਾ ਹੈ। ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ 4 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਨਾਰਵੇ ਦਾ ਪਹਿਲਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਆਖਰੀ ਵਾਰ 1983 ਵਿੱਚ ਅਜਿਹਾ ਦੌਰਾ ਹੋਇਆ ਸੀ। ਇਸ ਦੌਰੇ ਬਾਰੇ ਦੱਸਦਿਆਂ ਨਾਰਵੇ ਸਰਕਾਰ ਨੇ ਕਿਹਾ ਹੈ ਕਿ ਦੁਨੀਆ ਵਿੱਚ ਚੱਲ ਰਹੀ ਹਲਚਲ ਦੇ ਵਿਚਕਾਰ ਭਾਰਤ ਇੱਕ ਬਹੁਤ ਮਹੱਤਵਪੂਰਨ ਸਾਥੀ ਹੈ। ਉਹਨਾਂ ਨੇ ਵਾਤਾਵਰਣ ਦੀ ਸੰਭਾਲ, ਟੈਕਨੋਲੋਜੀ, ਵਪਾਰ ਅਤੇ ਕੌਮਾਂਤਰੀ ਸੁਰੱਖਿਆ ਵਿੱਚ ਭਾਰਤ ਦੀ ਵਧਦੀ ਅਹਿਮੀਅਤ ਤੇ ਵੀ ਜ਼ੋਰ ਦਿੱਤਾ। ਨਾਰਵੇ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਦੌਰੇ ਦੌਰਾਨ ਮੋਦੀ ਅਤੇ ਸਟੋਰੇ ਨਾਰਵੇ ਇੰਡੀਆ ਬਿਜ਼ਨਸ ਐਂਡ ਰਿਸਰਚ ਸਮਿਟ ਵਿੱਚ ਵੀ ਭਾਰਤ ਅਤੇ ਨਾਰਵੇ ਦੇ ਕਾਰੋਬਾਰੀ ਮਾਹਿਰਾਂ ਨਾਲ ਮੁਲਾਕਾਤ ਕਰਨਗੇ। ਇਸ ਮੌਕੇ ਵਪਾਰ, ਨਿਵੇਸ਼, ਊਰਜਾ, ਸਮੁੰਦਰੀ ਰਸਤਿਆਂ ਰਾਹੀਂ ਸਹਿਯੋਗ ਅਤੇ ਨਵੀਆਂ ਟੈਕਨੋਲੋਜੀਆਂ ਬਾਰੇ ਗੱਲਬਾਤ ਹੋਣ ਦੀ ਉਮੀਦ ਹੈ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਆਉਣ ਵਾਲੇ 10 ਸਾਲਾਂ ਵਿੱਚ ਯੂਐਸ ਮਿਲਟਰੀ ਸਪੋਰਟ ਤੇ ਆਪਣੀ ਨਿਰਭਰਤਾ ਘਟਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਜ਼ਰਾਈਲ ਹੌਲੀ-ਹੌਲੀ ਅਮਰੀਕਾ ਤੋਂ ਮਿਲ ਰਹੀ ਵਿੱਤੀ ਫੌਜੀ ਸਹਾਇਤਾ ਨੂੰ ਖਤਮ ਕਰੇ। ਨੇਤਨਯਾਹੂ ਨੇ ਦੱਸਿਆ ਕਿ ਇਜ਼ਰਾਈਲ ਨੂੰ ਹਰ ਸਾਲ ਲਗਭਗ 3.8 ਬਿਲੀਅਨ ਅਮਰੀਕੀ ਡਾਲਰ ਦੀ ਮਿਲਟਰੀ ਮਦਦ ਮਿਲਦੀ ਹੈ। ਅਮਰੀਕਾ ਨੇ 2018 ਤੋਂ 2028 ਤੱਕ ਇਜ਼ਰਾਈਲ ਨੂੰ ਕੁੱਲ 38 ਬਿਲੀਅਨ ਡਾਲਰ ਦੀ ਮਦਦ ਦੇਣ ਦਾ ਸਮਝੌਤਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੋਵੇਂ ਦੇਸ਼ਾਂ ਦੇ ਵਿੱਤੀ ਸੰਬੰਧਾਂ ਨੂੰ ਨਵੇਂ ਤਰੀਕੇ ਨਾਲ ਦੇਖਿਆ ਜਾਵੇ। ਨੇਤਨਯਾਹੂ ਨੇ ਕਿਹਾ ਹੈ ਕਿ ਉਹ ਇਸ ਬਦਲਾਅ ਲਈ ਅਗਲੀ ਅਮਰੀਕੀ ਕਾਂਗਰਸ ਦੀ ਉਡੀਕ ਨਹੀਂ ਕਰਨਾ ਚਾਹੁੰਦੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਗਲਫ ਦੇਸ਼ਾਂ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ ਤੇ ਵੀ ਧਿਆਨ ਦੇ ਰਿਹਾ ਹੈ। ਈਰਾਨ ਨਾਲ ਚੱਲ ਰਹੇ ਤਣਾਅ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਜੇ ਈਰਾਨ ਦੀ ਸਰਕਾਰ ਕਮਜ਼ੋਰ ਹੋ ਜਾਂਦੀ ਹੈ ਜਾਂ ਫਿਰ ਡਿੱਗ ਜਾਂਦੀ ਹੈ ਤਾਂ ਹਮਾਸ ਅਤੇ ਹਿਜ਼ਬੁੱਲਾ ਵਰਗੇ ਸਮੂਹ ਵੀ ਕਮਜ਼ੋਰ ਹੋ ਜਾਣਗੇ। ਹਾਲਾਂਕਿ ਉਹ ਇਹ ਵੀ ਕਿਹਾ ਕਿ ਈਰਾਨ ਦੀ ਸਰਕਾਰ ਦਾ ਡਿੱਗਣਾ ਸੰਭਵ ਤਾਂ ਹੈ ਪਰ ਇਸ ਦੀ ਕੋਈ ਗਰੰਟੀ ਨਹੀਂ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਵਾਦਿਤ ਡਾਕੂਮੈਂਟਰੀ ਲਾਰੈਂਸ ਆਫ ਪੰਜਾਬ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਨੂੰ ZEE5 ਤੇ ਰਿਲੀਜ਼ ਕਰਨ ਦਾ ਇਜਾਜ਼ਤ ਦੇ ਦਿੱਤੀ ਹੈ। ਪਰ ਨਵੇਂ ਟਾਈਟਲ ਵਿੱਚ ਲਾਰੈਂਸ ਅਤੇ ਬਿਸ਼ਨੋਈ ਸ਼ਬਦਾਂ ਦੀ ਵਰਤੋਂ ਤੇ ਪਾਬੰਦੀ ਹੈ ਅਤੇ ਨਿਰਮਾਤਾਵਾਂ ਨੂੰ ਨਵੇਂ ਨਾਵਾਂ ਦੀ ਸੂਚੀ ਅਦਾਲਤ ਵਿੱਚ ਜਮ੍ਹਾਂ ਕਰਵਾਉਣੀ ਪਵੇਗੀ ਅਤੇ ਪ੍ਰਵਾਨਗੀ ਲੈਣੀ ਪਵੇਗੀ। ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਹੈ ਕਿ ਵੈਬ ਸੀਰੀਜ਼ ਦਾ ਨਾਮ ਬਦਲਿਆ ਜਾਵੇ। ਨਾਲ ਹੀ ਹਾਈ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਡਾਕੂਮੈਂਟਰੀ ਤੇ ਲਗਾਈ ਪਾਬੰਦੀ ਨੂੰ ਵੀ ਰੱਦ ਕਰ ਦਿੱਤਾ ਹੈ। ਦੂਜੇ ਪਾਸੇ ਇਸ ਸੁਣਵਾਈ ਦੌਰਾਨ ਜ਼ੀ ਐਂਟਰਟੇਨਮੈਂਟ ਹੁਣ ਕ੍ਰੀਏਟਿਵ ਟੀਮ ਦੇ ਨਾਲ ਵਿਚਾਰ ਕਰਕੇ ਇਸ ਸੀਰੀਜ਼ ਨੂੰ ਨਵੇਂ ਨਾਂ ਦੇ ਨਾਲ ਰਿਲੀਜ਼ ਕਰਨ ਲਈ ਤਿਆਰ ਹੋ ਗਈ ਹੈ। ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੇ ਡਾਕੂਮੈਂਟਰੀ ਦੀ ਮੌਜੂਦਾ ਸਥਿਤੀ ਵਿੱਚ ਰਿਲੀਜ਼ ਦਾ ਵਿਰੋਧ ਕੀਤਾ। ਉਹਨਾਂ ਦਲੀਲ ਦਿੱਤੀ ਕਿ ਇਹ ਸੀਰੀਜ਼ ਕਥਿਤ ਗੈਂਗਸਟਰ ਦੀ ਵਡਿਆਈ ਕਰਨ ਦੇ ਬਰਾਬਰ ਹੈ, ਪਰ ਅਦਾਲਤ ਨੇ ਡਾਕੂਮੈਂਟਰੀ ਖੋਦ ਦੇਖੀ ਹੈ ਤੇ ਕਿਹਾ ਹੈ ਕਿ ਅਜਿਹਾ ਨਹੀਂ ਲੱਗਦਾ ਕਿ ਇਹ ਕਿਸੇ ਵਿਅਕਤੀ ਦੀ ਵਡਿਆਈ ਕਰ ਰਹੀ ਹੈ। ਇਸ ਲਈ ਅਦਾਲਤ ਨੇ ਰਾਏ ਦਿੱਤੀ ਹੈ ਕਿ ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਸਿਮਰਨ ਸੰਧੂ ਨੂੰ ਦੇ ਇਜਾਜ਼ਤ। ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ। ਬੀ ਪੋਜ਼ਿਟਿਵ, ਬੀ ਯੋਰਸੈਲਫ।